बहुत शुक्रिया जी ते साझा पंजाब टैलीविजन के सारे दर्शक। चंडीगढ़ स्टूडियो तो सुशील जी बहुत बहुत प्यार भरी सत श्री अकाल जी, आदाब ते नमस्कार। चलो ਅਸੀਂ ਸਾਂਝਾ ਪੰਜਾਬ ਟੈਲੀਵਿਜ਼ਨ ਦੇ ਨਿਊਜ਼ ਸੈਗਮੈਂਟ 'ਚ ਆ ਮੈਂ ਤੇ ਬੌਬ ਦੋਸਾਂਝ ਹੋਰੀ। ਤੁਸੀਂ ਵੀ ਸਾਡੇ ਨਾਲ ਜੁੜ ਸਕਦੇ ਹੋ, ਜਿਵੇਂ ਬੌਬ ਦੋਸਾਂਝ ਹੋਰੀ ਦੱਸ ਰਹੇ ਸੀ 905 458 44 44 905 458 4444। ਤੁਸੀਂ ਆਪਣੀ ਕੋਈ ਵੀ ਗੱਲ ਕਰੋ, ਤੁਹਾਡੇ ਮਨ 'ਚ ਕੋਈ ਵਿਚਾਰ ਹੈ ਆਪਣਾ ਵਿਚਾਰ ਸਾਂਝਾ ਕਰੋ, ਤੁਹਾਡੇ ਮਨ 'ਚ ਕੋਈ ਸਵਾਲ ਹੈ ਉਹ ਸਵਾਲ ਸਾਂਝਾ ਕਰੋ। ਪਰ ਸਾਡੀ ਇੱਕ ਬਹੁਤ ਹੀ ਹੰਬਲ ਰਿਕੁਐਸਟ ਹੈ ਵੀ ਭਾਸ਼ਾ ਦੀ ਮਰਿਆਦਾ ਜਿਹੜੀ ਹੈ ਉਹ ਜ਼ਰੂਰ ਕਾਇਮ ਰੱਖੀ ਜਾਣੀ ਚਾਹੀਦੀ ਹੈ। ਭਾਸ਼ਾ ਦਾ ਸਤਿਕਾਰ ਜਿਹੜਾ ਬੜਾ ਜ਼ਰੂਰੀ ਹੈ ਉਹ ਸਾਡੇ ਬੋਲਾਂ ਵਿੱਚ ਵੀ ਝਲਕਣਾ ਚਾਹੀਦਾ। ਸੋ ਗੱਲਬਾਤ ਸ਼ੁਰੂ ਕਰਦੇ ਹਾਂ। ਦੇਸ਼ ਦੁਨੀਆ ਦੀਆਂ ਬਹੁਤ ਸਾਰੀਆਂ ਗੱਲਾਂ ਕਰਾਂਗੇ, ਖਾਸ ਤੌਰ ਦੇ ਉੱਤੇ ਭਾਰਤ ਦੀਆਂ ਗੱਲਾਂ ਤੇ ਕਿਸਾਨ ਅੰਦੋਲਨ ਬਾਰੇ ਵੀ ਚਰਚਾ ਕਰਾਂਗੇ। ਕੁਝ ਹੋਰ ਸਿਆਸੀ ਮਸਲੇ ਵੀ ਨੇ ਜਿਹੜੇ ਲਗਾਤਾਰ ਪੰਜਾਬ ਦੇ ਵਿੱਚ ਨਵਾਂ ਰੂਪ ਅਖਤਿਆਰ ਕਰ ਰਹੇ ਨੇ, ਸਾਰੀ ਚਰਚਾ ਕਰਾਂਗੇ। ਤੁਸੀਂ ਜੁੜੋ ਸਾਡੇ ਨਾਲ। ਬੌਬ ਦੋਸਾਂਝ ਜੀ 9054584444 905 455 44 ਤੇ ਨੰਬਰ ਤੇ ਸਕਰੀਨ ਤੇ ਵੀ ਦੇਖ ਰਹੇ ਹੋ, ਸਾਡੇ ਨਾਲ ਸਾਂਝ ਪਾਸ ਕਰਦੇ 9545844444। ਸਾਹਿਬ ਪਿਛਲੇ 24 ਘੰਟਿਆਂ ਦੇ ਵਿੱਚ 4200 ਤੋਂ ਵੱਧ ਜਿਹੜੀਆਂ ਮੌਤਾਂ ਭਾਰਤ ਵਿੱਚ ਹੋਈਆਂ ਨੇ ਤੇ ਮੌਤਾਂ ਦਾ ਅੰਕੜਾ ਜਿਹੜਾ ਹੈ ਕਰੋਨਾ ਵਾਇਰਸ ਕਰਕੇ 2.5 ਲੱਖ ਤੱਕ ਪਹੁੰਚ ਗਿਆ। ਜਿਹੜਾ ਅਫੀਸ਼ੀਅਲ ਹੈ, ਅਨਅਫੀਸ਼ੀਅਲ ਇਸ ਤੋਂ ਵੀ ਕਿਤੇ ਜ਼ਿਆਦਾ ਹੋ ਸਕਦਾ। 2,50,000 ਤੋਂ ਜੋ ਬਿਲਕੁਲ ਲੇਟੈਸਟ ਮੇਰੇ ਕੋਲ ਅੰਕੜਾ ਆਇਆ, ਇੰਨੀਆਂ ਮੌਤਾਂ ਜਿਹੜੀਆਂ ਭਾਰਤ ਦੇ ਓਵਰਆਲ ਵੀ ਜਦੋਂ ਅਸੀਂ ਹੁਣ ਗੱਲ ਕਰ ਰਹੇ ਹਾਂ ਤਾਂ ਮੈਂ ਜ਼ਿਕਰ ਕਰਨਾ ਚਾਹੂੰਗਾ ਵੀ ਅਮਰੀਕਾ ਤੇ ਬ੍ਰਾਜ਼ੀਲ ਤੋਂ ਬਾਅਦ ਭਾਰਤ ਤੀਜਾ ਮੁਲਕ ਹੈ ਸਭ ਤੋਂ ਜ਼ਿਆਦਾ ਮੌਤਾਂ ਹੋ ਰਹੀਆਂ। ਤੇ ਇਹ ਜਿਸ ਗਤੀ ਦੇ ਵਿੱਚ, ਜਿਸ ਸਪੀਡ ਦੇ ਵਿੱਚ ਡੈਥਸ ਹੋ ਰਹੀਆਂ, ਜੇ ਸਪੀਡ ਇੱਦਾਂ ਰਹੀ ਤਾਂ ਲਾਜ਼ਮੀ ਤੌਰ ਦੇ ਉੱਤੇ ਬੜੀ ਛੇਤੀ ਸਾਡਾ ਨੰਬਰ 1 ਹੋ ਜਾਣਾ। ਨੰਬਰ 1 ਹੋਣਾ ਬਹੁਤੇ ਮਾਮਲੇ 'ਚ, ਪਰ ਇਸ ਤਰ੍ਹਾਂ ਦੀਆਂ ਮੌਤਾਂ ਦੇ ਮਾਮਲੇ 'ਚ ਨੰਬਰ 1 ਹੋਣਾ ਬਹੁਤ ਜ਼ਿਆਦਾ ਚਿੰਤਾਜਨਕ ਗੱਲ ਹੈ। ਇਹਦੇ ਵਿੱਚ ਵੀ ਜਿਹੜੀ ਖਬਰ ਆਈ ਹੈ, ਕੁਝ ਐਕਸਪਰਟ ਇਹ ਕਹਿ ਰਹੇ ਆ, ਭਾਵੇਂ ਸਰਕਾਰ ਦੇ ਦਾਅਵੇ ਹੋਰ ਨੇ, ਪਰ ਕੁਝ ਐਕਸਪਰਟ ਇਹ ਕਹਿ ਰਿਹਾ ਵੀ ਜਿਹੜੀ ਭਾਰਤ ਦੇ ਵਿੱਚ ਸੈਕੰਡ ਵੇਵ ਹੈ ਇਹ ਜੁਲਾਈ ਅੱਧ ਤੱਕ ਚੱਲੇਗੀ। ਮਤਲਬ ਪਹਿਲਾਂ ਗੱਲਾਂ ਆ ਰਹੀਆਂ ਸੀ ਵੀ ਸ਼ਾਇਦ ਮਈ ਮਹੀਨੇ ਦੇ ਅਖੀਰ ਤੱਕ ਸੈਕੰਡ ਵੇਵ ਜਿਹੜੀ ਕਮਜ਼ੋਰ ਪੈ ਜਾਏਗੀ ਤੇ ਪੇਸ਼ੈਂਟ ਜਿਹੜੇ ਘਟਣੇ ਸ਼ੁਰੂ ਹੋ ਜਾਣਗੇ। ਘਟੇ ਵੀ ਹੈ। ਜਦੋਂ ਅਸੀਂ ਗੱਲ ਕਰ 4 ਲੱਖ ਨੂੰ ਕ੍ਰੋਸ ਕਰ ਰਹੇ ਸੀ ਤੇ ਹੁਣ ਉਹ 3,42,000 ਜਾਂ 3.5 ਲੱਖ ਦੇ ਆਲੇ ਦੁਆਲੇ ਜੇ ਸਿਮਟ ਰਹੇ ਆ, ਤਾਂ ਉਹ ਇਸ ਕਰਕੇ ਨਹੀਂ ਸਿਮਟ ਰਹੇ ਵੀ ਪੇਸ਼ੈਂਟ ਘਟ ਰਹੇ, ਇਸ ਕਰਕੇ ਸਿਮਟ ਰਹੇ ਆ ਕਿ ਕਰੋਨਾ ਦੇ ਟੈਸਟ ਜਿਹੜੇ ਆ ਘਟ ਗਏ। ਅੱਗੇ ਨੀਅਰ ਅਬਾਊਟ 18 ਤੋਂ 20 ਲੱਖ ਟੈਸਟ ਹੁੰਦੇ ਸੀ, ਹੁਣ 12-13 ਲੱਖ ਟੈਸਟ ਹੋ ਰਹੇ ਆ। ਇਸ ਕਰਕੇ ਲੱਗਦਾ ਵੀ ਪੇਸ਼ੈਂਟ ਘਟ ਗਏ, ਪੇਸ਼ੈਂਟ ਜ਼ਿਆਦਾ ਨੇ। ਫਿਰ ਦੂਜੀ ਗੱਲ, ਜੇ ਅਸੀਂ ਮਈ ਤੱਕ ਉਮੀਦ ਕਰਦੇ ਸੀ ਵੀ ਮਈ ਐਂਡ ਤੱਕ ਵਾਪਸੀ ਹੋ ਜਾਏਗੀ ਸੈਕੰਡ ਵੇਵ ਦੀ, ਹੁਣ ਐਕਸਪਰਟ ਕਹਿੰਦੇ ਆ ਜੁਲਾਈ ਤੱਕ ਚੱਲਣਾ। ਜੇ ਸੈਕੰਡ ਵੇਵ ਨੇ ਜੁਲਾਈ ਤੱਕ ਚੱਲਣਾ ਤੇ ਇਸੇ ਰਫ਼ਤਾਰ ਦੇ ਨਾਲ ਮੌਤਾਂ ਹੋਣੀਆਂ 4,000 ਤੋਂ ਜ਼ਿਆਦਾ ਰੋਜ਼, ਫਿਰ ਬੜੀ ਜਲਦੀ ਅਸੀਂ ਕੇਵਲ ਅਮਰੀਕਾ ਬ੍ਰਾਜ਼ੀਲ ਕੀ ਯਾਨੀ ਅਸੀਂ ਬਹੁਤ ਅੱਗੇ ਲੰਘ ਜਾਵਾਂਗੇ ਤੇ ਸਾਡੇ ਵਾਸਤੇ ਇਸ ਤੋਂ ਜ਼ਿਆਦਾ ਚਿੰਤਾ ਦਾ ਸਬਬ ਕੋਈ ਹੋ ਨਹੀਂ ਸਕਦਾ। ਅਗਲੀ ਚਿੰਤਾ ਇਹ ਹੈ ਬਈ ਜਿਸ ਤਰ੍ਹਾਂ ਦੇ ਹਾਲਾਤ ਸਾਡੇ ਸਾਹਮਣੇ ਪੇਸ਼ ਹੋ ਰਹੇ ਨੇ, ਜਿਵੇਂ ਲਾਸ਼ਾਂ ਦੇ ਅੰਬਾਰ ਲੱਗ ਰਹੇ ਨੇ, ਜਿਵੇਂ ਸਰਕਾਰ ਜਿੱਦਾਂ ਤੁਸੀਂ ਵੀ ਕਿਹਾ ਕਿ ਬਹੁਤ ਸਾਰੀ ਗਿਣਤੀ ਜਿਹੜੀ ਲੁਕਾ ਰਹੀ ਹੈ, ਫਿਰ ਰਿਐਲਿਟੀ ਜਿਹੜੀ ਹੈ ਲੋਕਾਂ ਦੇ ਕੋਲ ਨਹੀਂ ਹੈ। ਅਫਵਾਹਾਂ ਦਾ ਜ਼ੋਰ ਹੈ ਉਹ ਵੱਖਰਾ ਮਾਮਲਾ, ਪਰ ਰਿਐਲਿਟੀ ਇਹ ਹੈ ਵੀ ਰੂਟੀਨ ਦੇ ਵਿੱਚ ਜਿਹੜੀਆਂ ਸਾਨੂੰ ਪਤਾ ਲੱਗ ਰਹੇ ਨੇ ਵੀ ਇੰਨੇ ਕੋਵਿਡ ਦੇ ਨਵੇਂ ਪੇਸ਼ੈਂਟ ਆ ਗਏ, ਉਹਦੇ ਨਾਲੋਂ 5 ਗੁਣਾ ਜ਼ਿਆਦਾ ਹੈ। ਜਿਹੜੀਆਂ ਮੌਤਾਂ ਉਹਦੇ ਬਾਰੇ ਪਤਾ ਨਹੀਂ ਲੱਗ ਰਿਹਾ। ਤਾਂ ਤੁਸੀਂ ਦੇਖੋ ਨਵੀਆਂ ਖਬਰਾਂ ਕੀ ਆਈਆਂ, ਪਿਛਲੇ 3 ਦਿਨਾਂ ਤੋਂ ਬਿਹਾਰ ਤੇ ਉੱਤਰ ਪ੍ਰਦੇਸ਼ ਦੇ ਵਿੱਚ ਜਿਹੜੀਆਂ ਨਦੀਆਂ ਨੇ ਗੰਗਾ ਤੇ ਯਮੁਨਾ, ਉੱਥੇ ਅਣਪਛਾਤੀਆਂ ਲਾਸ਼ਾਂ ਮਿਲੀਆਂ। ਹੁਣ ਤੱਕ ਨੀਅਰ ਅਬਾਊਟ 250 ਅਣਪਛਾਤੀਆਂ ਲਾਸ਼ਾਂ ਮਿਲ ਚੁੱਕੀਆਂ ਤੇ ਬਿਹਾਰ ਦੀ ਸਰਕਾਰ ਕਹਿ ਰਹੀ ਹੈ ਇਹ ਸਾਡੇ ਨਹੀਂ ਜੀ, ਯੂਪੀ ਦੀ ਸਰਕਾਰ ਕਹਿ ਰਹੀ ਇਹ ਸਾਡੇ ਬੰਦੇ ਨਹੀਂ, ਤੇ ਮੁੜ ਕੇ ਉਹਨਾਂ ਦਾ ਸਮੂਹਕ ਅੰਤਮ ਸੰਸਕਾਰ ਕੀਤਾ ਗਿਆ ਬਿਨਾਂ ਪਛਾਣ ਤੋਂ। DNA ਤਾਂ ਲੈ ਲੈ, ਪਰ ਕੋਈ ਪਛਾਣ ਨਹੀਂ ਇਹ ਕੌਣ ਲੋਕ ਨੇ, ਕਿਵੇਂ ਇਹਨਾਂ ਦੀ ਡੈਥ ਹੋਈ, ਕੀ ਇਹ ਕਰੋਨਾ ਕਰਕੇ ਮਰੇ ਨੇ ਜਾਂ ਕੋਈ ਹੋਰ ਕਾਰਨ ਹੈ। ਜੇ ਕਰੋਨਾ ਕਰਕੇ ਮਰੇ ਨੇ ਤੇ ਇਹਨਾਂ ਦਾ ਰਸਮਾਂ ਦੇ ਨਾਲ ਅੰਤਮ ਸੰਸਕਾਰ ਕਿਉਂ ਨਹੀਂ ਹੋਇਆ? ਕੀ ਇਹਨਾਂ ਨੂੰ
ਬਕਾਇਦਾ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਜਾਂ ਕਹਿ ਲਓ ਵੀ ਸਾਡੀ ਐਡਮਿਨਿਸਟ੍ਰੇਸ਼ਨ 'ਚ ਬੈਠੇ ਲੋਕ ਨੇ ਜਾਂ ਹਸਪੀਟਲ ਵਾਲੇ ਲੋਕ ਨੇ, ਕੀ ਉਹ ਆਪੇ ਹੀ ਦਰਿਆ 'ਚ ਸੁੱਟ ਗਏ ਵੀ ਫੂਕਣ ਵਾਸਤੇ ਤਾਂ ਕੋਈ ਥਾਂ ਹੀ ਹੈ ਨਹੀਂ? ਇਹਦਾ ਕੋਈ ਜਵਾਬ ਨਹੀਂ ਹੈਗਾ। ਜੇ ਇਹ ਖਬਰਾਂ ਆ ਰਹੀਆਂ ਹੋਣ ਤਾਂ ਲਾਜ਼ਮੀ ਹੈ ਕਿ ਦੇਸ਼ ਕਿੱਥੇ ਜਾਏਗਾ। ਤੇ ਇਹ ਕਰੋਨਾ ਵਾਇਰਸ ਦੀ ਜਿਹੜੀ ਇਹ ਬਿਮਾਰੀ ਹੈ, ਜਿਹਨੂੰ ਮਹਾਮਾਰੀ ਕਿਹਾ ਜਾ ਰਿਹਾ ਹੈ, ਇਹ ਕਿੱਦਾਂ ਦੁਨੀਆ ਭਰ ਦੇ ਵਿੱਚ ਸਾਡੇ ਮੁਲਕ ਨੂੰ ਬਦਨਾਮ ਕਰੇਗੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਕੋਲ ਪ੍ਰਬੰਧ ਕੀ ਹੈ, ਸਿਸਟਮ ਕੀ ਹੈ, ਉਹਦਾ ਸਾਡੇ ਕੋਲ ਕੋਈ ਜਵਾਬ ਨਹੀਂ ਜੀ। ਕਿਸਾਨ ਸਾਹਿਬ, ਪਹਿਲਾਂ ਉਲਟ ਹੁੰਦਾ ਸੀ ਕਿ ਜਦੋਂ ਕੋਈ ਵਿਅਕਤੀ ਹਸਪੀਟਲ ਜਾਂਦਾ ਸੀ ਤੇ ਉਸ ਦੀ ਮੌਤ ਹੋਈ ਹੁੰਦੀ ਸੀ ਆਲਰੇਡੀ, ਤੇ ਉਸ ਨੂੰ ਆਕਸੀਜਨ ਵਗੈਰਾ ਲਾ ਕੇ ਘਰਦਿਆਂ ਨੂੰ ਕਹਿ ਦਿੱਤਾ ਜਾਂਦਾ ਸੀ ਕਿ ਹਜੇ ਇਹਨੂੰ ਸਾਹ ਆਉਂਦਾ। ਤੇ ਹੁਣ ਉਲਟ ਹੋ ਗਿਆ। ਹੁਣ ਜਿਹੜੇ ਜੀਂਦੇ ਵਿਅਕਤੀ ਨੇ ਉਹਨਾਂ ਵਿੱਚ ਸਾਹ ਹਜੇ ਆਉਂਦੇ ਨੇ, ਉਹਨਾਂ ਨੂੰ ਮ੍ਰਿਤਕ ਕਰਾਰ ਦਿੱਤਾ ਜਾਂਦਾ। ਇਹੋ ਜਿਹੇ ਕੇਸ ਬਹੁਤ ਹੋਏ ਨੇ ਜਿਹੜੇ ਕਿ ਪਰਿਵਾਰ ਨੇ ਜਦੋਂ ਉਹਨਾਂ ਦੀ ਲਾਸ਼ ਘਰੇ ਲੈ ਕੇ ਆਂਦੀ ਤਾਂ ਹਸਪੀਟਲ ਨੇ ਡਿਕਲੇਅਰ ਕਰਤਾ ਕਿ ਇਹ ਆਦਮੀ ਜਾਂ ਔਰਤ ਇਹ ਮਰ ਚੁੱਕੇ। ਜਦੋਂ ਘਰੇ ਲਿਆਂਦਾ ਉਹਨਾਂ ਨੂੰ ਤਾਂ ਉਹਨਾਂ ਵਿੱਚ ਜਾਨ ਸੀ, ਹਜੇ ਬਹੁਤ ਸਾਰੇ ਲੋਕ ਜੀਂਦੇ ਸਨ। ਇਹ ਅਸਲ 'ਚ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਹੋ ਰਹੀਆਂ ਨੇ, ਇਹਦੇ ਪਿੱਛੇ ਇੱਕ ਬਹੁਤ ਵੱਡਾ ਵਪਾਰ ਕੰਮ ਕਰ ਰਿਹਾ ਹੈ। ਕਿਉਂਕਿ ਜਿਹੜੇ ਸਾਡੇ ਵੱਡੇ ਹਸਪੀਟਲ ਨੇ, ਖਾਸ ਤੌਰ ਦੇ ਉੱਤੇ ਪ੍ਰਾਈਵੇਟ ਹਸਪੀਟਲ ਨੇ, ਉਹਨਾਂ 'ਚ ਹੋੜ ਲੱਗੀ ਹੋਈ ਹੈ ਕਿ ਕਰੋਨਾ ਪੇਸ਼ੈਂਟ ਜਿਹੜੇ ਆ ਰਹੇ ਨੇ, ਕਿਉਂਕਿ ਉੱਥੇ ਉਹਨਾਂ ਹਸਪੀਟਲਸ ਦੇ ਵਿੱਚ ਸਧਾਰਨ ਬੰਦੇ ਨਹੀਂ ਜਾ ਸਕਦੇ। ਉਹਨਾਂ ਹਸਪੀਟਲਸ ਦੇ ਵਿੱਚ ਜਿਹੜੇ ਖਾਂਦੇ ਪੀਂਦੇ ਉਹੀ ਜਾਂਦੇ ਆ, ਵੱਡੇ ਲੋਕ ਨੇ, ਪੈਸਾ ਬਹੁਤ ਹੈ, ਤੇ ਫਿਰ ਫਟਾਫਟ ਬੈੱਡ ਖਾਲੀ ਕਰਨਾ ਹੈ ਬਈ ਹਾਲੇ ਸਾਹ ਸੱਤ ਵਿੱਚ ਹੁੰਦੇ ਆ, ਉਹਨੂੰ ਤੋੜ ਦਿੱਤਾ ਜਾਂਦਾ ਘਰਦਿਆਂ ਨੂੰ ਕਹਿ ਕੇ ਵੀ ਇਹ ਗਿਆ ਜੀ, ਸਾਡੇ ਬਸ ਹੁਣ ਹੈ ਨਹੀਂ, ਖਤਮ ਹੈ ਕਹਾਣੀ। ਤੇ ਘਰ ਆਉਂਦਿਆਂ ਕਈਆਂ ਦੇ ਸਾਹ ਨਿਕਲ ਜਾਂਦੇ ਆ ਤੇ ਕਈਆਂ ਦੇ ਸਾਹ ਚੱਲਦੇ ਹੁੰਦੇ ਆ ਤੇ ਬਾਅਦ ਵਿੱਚ ਚਲੇ ਜਾਂਦੇ ਆ। ਇਹ ਜਿਹੜੀ ਗੇਮ ਹੈ ਜਾਂ ਖੇਡ ਹੈ, ਇਹ ਮੁਨਾਫੇ ਦੀ ਲਾਲਚ ਜਾਂ ਮੁਨਾਫੇ ਦੀ ਲਾਲਸਾ, ਇਸ ਤੋਂ ਵੱਧ ਕੀ ਹੋ ਸਕਦੀ ਹੈ ਕਿ ਮਨੁੱਖਤਾ ਮਰ ਗਈ ਲੱਗਦੀ ਹੈ। ਐਂ ਲੱਗਦਾ ਕਿ ਸੰਵੇਦਨਸ਼ੀਲਤਾ ਜਿਹੜੀ ਸਾਡੀ ਹੈ ਉਹ ਬਿਲਕੁਲ ਖਤਮ ਹੋ ਗਈ ਹੈ। ਅਸੀਂ ਕਿਹੜੇ ਮੁਲਕ 'ਚ ਰਹਿ ਰਹੇ ਹਾਂ? ਜਿਹੜਾ ਮੁਲਕ ਪਵਿੱਤਰ ਗ੍ਰੰਥਾਂ ਦਾ ਮੁਲਕ ਹੈ, ਜਿਹੜੇ ਮੁਲਕ ਬਾਰੇ ਕਿਹਾ ਜਾਂਦਾ ਹੈ ਕਿ ਗੁਰੂਆਂ ਪੀਰਾਂ ਦੀ ਤੇ ਸਾਨੂੰ ਰਿਸ਼ੀਆਂ ਦਾ ਸਾਡਾ ਆਸ਼ੀਰਵਾਦ ਸਾਨੂੰ ਹਾਸਲ ਹੈ, ਜਿੱਥੇ ਅਸੀਂ ਇੱਕ ਸਭਿਅਤਾ ਦਾ ਡੌਂਡੀ ਪਿੱਟਦੇ ਹਾਂ ਸਭਿਅਤਾ ਦੀ, ਵੀ ਸਾਡੇ ਵਰਗਾ ਸਭਿਅਕ ਮੁਲਕ ਕੋਈ ਨਹੀਂ ਹੈ। ਉਸ ਸਭਿਅਕ ਮੁਲਕ ਦੇ ਵਿੱਚ ਰਿਸ਼ਤੇ ਨਾਤੇ ਖਤਮ ਹੋ ਗਏ। ਉਸ ਸਭਿਅਕ ਮੁਲਕ ਦੇ ਵਿੱਚ ਲਾਲਸਾ ਜਿਹੜੀ ਹੈ ਪੈਸੇ ਦੀ, ਵੱਧ ਤੋਂ ਵੱਧ ਪੈਸੇ ਬਣਾਉਣੇ ਹੈ ਤੇ ਜਾਨ ਦੀ ਕੋਈ ਕੀਮਤ ਨਹੀਂ ਹੈ। ਯਾਨੀ ਇਹ ਵਪਾਰ ਵੱਡੇ ਪੱਧਰ ਤੇ ਇੱਥੇ ਚੱਲ ਰਿਹਾ। ਕੇਵਲ ਇਹ ਨਹੀਂ, ਹੁਣੇ ਮੈਂ ਵੀ ਸੁਣ ਰਿਹਾ ਸੀ, ਤੁਸੀਂ ਪਲੇ ਕਰ ਰਹੇ ਸੀ, ਜਿਹੜਾ ਪਹਿਲਾਂ ਲਾਈਵ ਰਿਕਾਰਡ ਕੀਤਾ, ਉੱਥੇ ਸੰਯੁਕਤ ਕਿਸਾਨ ਮੋਰਚੇ ਦੇ ਪਲੇਟਫਾਰਮ ਦੇ ਉੱਤੋਂ ਗੁਰਨਾਮ ਸਿੰਘ ਚੜੂਨੀ ਬੋਲ ਰਹੇ ਸੀ ਜੀ। ਉਹਨਾਂ ਨੇ ਬਿਲਕੁਲ ਠੀਕ ਗੱਲਾਂ ਕਹੀਆਂ ਵੀ ਕਿਵੇਂ ਵੈਂਟੀਲੇਟਰ ਦੇ ਨਾਂ ਦੇ ਉੱਤੇ ਬਿਜ਼ਨਸ ਹੋ ਰਿਹਾ, ਕਿਵੇਂ ਕਰੋਨਾ ਦੇ ਨਾਂ ਦੇ ਉੱਤੇ ਆਕਸੀਜਨ ਦੇ ਨਾਂ ਤੇ ਬਿਜ਼ਨਸ ਹੋ ਰਿਹਾ, ਕਿਵੇਂ ਐਂਬੂਲੈਂਸ ਜਿਹੜੀ ਹੈ ਜੇ ਕਿਸੇ ਪੇਸ਼ੈਂਟ ਨੂੰ ਚਾਹੀਦੀ ਹੈ ਤੇ 20-20, 30-30, 40-40 ਰੁਪਏ ਮੰਗ ਰਿਹਾ, ਕਿਵੇਂ ਕੋਈ ਹਸਪੀਟਲ ਦੇ ਵਿੱਚ ਬੈੱਡ ਲੈਣਾ ਹੈ ਤਾਂ ਕਹਿੰਦੇ ਠੀਕ ਹੈ ਬੈੱਡ ਮਿਲ ਜਾਊਗਾ, 2 ਲੱਖ ਦੇ ਦਿਓ। ਫਿਰ ਬੈੱਡ ਮਿਲ ਗਿਆ, ਫਿਰ ਟੀਕਾ ਚਾਹੀਦਾ, ਟੀਕਾ ਤਾਂ ਹੈ ਨਹੀਂ ਜੀ, ਟੀਕਾ ਮਿਲ ਜਾਊਗਾ, ਏਜੰਟ ਤੋਂ ਪ੍ਰਬੰਧ ਕਰ ਦਿੰਦੇ ਆ, 1.5-2 ਲੱਖ ਦੇ ਦਿਓ। ਸੋ ਇਹ ਜਿਹੜਾ ਵਪਾਰ ਚੱਲ ਰਿਹਾ, ਇਸ ਤੋਂ ਵੱਧ ਸ਼ਰਮਸਾਰ ਕਰਨ ਵਾਲੀ ਕਿਹੜੀ ਗੱਲ ਹੋ ਸਕਦੀ ਹੈ? ਤੇ ਸਰਕਾਰ ਕਿੱਥੇ ਹੈ? ਫਿਰ ਸਵਾਲ ਤਾਂ ਬਣਦਾ ਹੈ ਵੀ ਸਰਕਾਰ ਕਿੱਥੇ ਹੈ? ਜੇ ਸਰਕਾਰ ਨੇ ਦਾਅਵੇ ਬੜੇ ਕੀਤੇ ਵੀ ਅਸੀਂ ਦੁਨੀਆ ਤੇ ਸਭ ਤੋਂ ਪਹਿਲਾਂ ਕਰੋਨਾ ਕਾਬੂ ਕਰਿਆ, ਕਰੋਨਾ ਸਾਨੂੰ ਕਾਬੂ ਕਰਨਾ ਆਉਂਦਾ ਹੈ, ਉਸੇ ਦੇਸ਼ ਦੀ ਸਰਕਾਰ ਦੇ ਨੱਕ ਦੇ ਹੇਠਾਂ ਸਿਰੇ ਦੀ ਸੰਵੇਦਨਸ਼ੀਲਤਾ ਜਿਹੜੀ ਆ ਉਹਦਾ ਘਾਣ ਹੋ ਰਿਹਾ, ਸਿਰੇ ਦੀ ਅਮਾਨਵੀ ਜਿਹੜੀ ਇਸ ਤਰ੍ਹਾਂ ਦੇ ਅਕ੍ਰਿਤ ਘਣ ਜਿਹੜੇ ਆ ਕਾਰੇ ਹੋ ਰਹੇ ਆ, ਡਾਕਟਰੀ ਪੇਸ਼ਾ ਜਿਹੜਾ ਸਭ ਤੋਂ ਪਵਿੱਤਰ ਪੇਸ਼ਾ ਹੈ, ਉਹ ਬਦਨਾਮ ਹੋ ਰਿਹਾ। ਤੇ ਬਦਨਾਮ ਕਰਨ ਵਾਲੀਆਂ ਕੁਝ ਗੰਦੀਆਂ ਮੱਛੀਆਂ ਨੇ, ਉਹਨਾਂ ਦੇ ਪਿੱਛੇ ਜਿਹੜੇ ਵੱਡੇ ਮਗਰਮੱਛ ਨੇ, ਉਹਨਾਂ ਦੀ ਪਛਾਣ ਕੌਣ ਕਰੂਗਾ? ਸਾਨੂੰ ਤਾਂ ਪਛਾਣ ਹੈਗੀ ਹੈ, ਪਰ ਸਰਕਾਰ ਕਦੋਂ ਇਸ ਪਾਸੇ ਵੱਲ ਧਿਆਨ ਦੇਗੀ? ਇਹਦੀ ਕੋਈ ਅਕਾਊਂਟੇਬਿਲਿਟੀ ਜਾਂ ਸਰਕਾਰ ਦੇ ਕੋਲ ਕੋਈ ਜਵਾਬਦੇਹੀ ਨਹੀਂ ਜੀ। ਕਿਸਾਨ ਸਾਹਿਬ, 5 ਸਾਲ ਪਹਿਲਾਂ ਜਦੋਂ ਸਰਕਾਰ ਆਈ ਸੀ, ਸਭ ਤੋਂ ਵੱਡੀ ਗੱਲ ਜਿਹੜੀ ਕੀਤੀ ਗਈ ਸੀ ਕਿ ਅਸੀਂ ਕਾਲਾ ਧਨ, ਕਰਪਸ਼ਨ ਮੁਲਕ ਦੇ ਵਿੱਚੋਂ ਖਤਮ ਕਰਨੀ ਹੈ, ਤੇ ਉਹ ਕੁਝ ਨਹੀਂ ਹੋ ਰਿਹਾ। ਹੁਣ ਤੁਸੀਂ ਇਹ ਦੇਖੋ ਬਈ ਕਰੋਨਾ ਦੇ ਨਾਂ 'ਤੇ ਕਿੱਡੀ ਵੱਡੀ ਕਰਪਸ਼ਨ ਹੋ ਰਹੀ ਆ। ਕਿਸੇ ਨੂੰ ਗੈਸ ਦਾ, ਆਕਸੀਜਨ ਦਾ ਸਿਲੰਡਰ ਚਾਹੀਦਾ, ਉਹ ਬਲੈਕ ਦੇ ਵਿੱਚ, ਕਿਸੇ ਨੂੰ ਵੈਕਸੀਨ ਦਾ ਟੀਕਾ ਚਾਹੀਦਾ, ਉਹ ਬਲੈਕ ਦੇ ਵਿੱਚ। ਸਰਕਾਰ ਇਸ ਦੇ ਉੱਤੇ ਕਿਉਂ ਨਹੀਂ ਪਾਬੰਦੀ ਲਾ ਸਕਦੀ ਕਿ ਲੋਕਾਂ ਦੀਆਂ ਜਾਨਾਂ ਕਿੱਦਾਂ ਬਚਾਈਆਂ ਜਾਣ? ਸਰਕਾਰ 'ਚ ਬੈਠੇ ਲੋਕਾਂ ਦੀ ਹਿੱਸਾ ਪੱਤੀ ਹੈ।
ਇਹ ਉਹੀ ਸਰਕਾਰ ਹੈ ਜਿਹੜੀ ਹੁਣ ਹਕੂਮਤ ਦੇ ਵਿੱਚ ਆਈ। ਅੱਜ ਤੋਂ 6.5 ਸਾਲ ਪੌਣੇ 7 ਸਾਲ ਪਹਿਲਾਂ ਭਾਰਤ ਦੇ ਵਿੱਚ ਐਂਟੀ ਕਰਪਸ਼ਨ ਇੱਕ ਮੂਵ ਚੱਲੀ। ਐਂਟੀ ਕਰਪਸ਼ਨ ਮੂਵ ਨੂੰ ਲੀਡ ਕੀਤਾ ਉਹ ਜਿਹੜਾ ਅੰਨਾ ਹਜ਼ਾਰੇ ਉਹਨੇ, ਤੇ ਉਹਦੇ ਅਸਲ ਜੋ ਪਲਾਂਟ ਤਰੀਕੇ ਨਾਲ ਉਹ ਸਾਰੀ ਐਂਟੀ ਕਰਪਸ਼ਨ ਮੂਵ ਸੀ। ਕਾਂਗਰਸ ਪਾਰਟੀ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਨੂੰ ਲਾਂਭੇ ਕਰਕੇ ਨਰਿੰਦਰ ਮੋਦੀ ਨੂੰ ਭਾਰਤ ਦਾ ਪ੍ਰਧਾਨ ਮੰਤਰੀ ਬਣਾਉਣਾ ਸੀ। ਉਦੋਂ ਹੀ ਇਹ ਦਾਅਵੇ ਕੀਤੇ ਗਏ ਜਿਹਨਾਂ ਦਾ ਤੁਸੀਂ ਜ਼ਿਕਰ ਕੀਤਾ ਵੀ ਲਓ ਜੀ ਬਲੈਕ ਮਨੀ ਬੜੀ ਆ, ਅਸੀਂ ਆਈਏ 100 ਦਿਨਾਂ 'ਚ ਬਲੈਕ ਮਨੀ ਆ ਜਾਊਗੀ ਬਸ, ਤੇ ਉਹ ਬਲੈਕ ਮਨੀ ਦਾ ਇੰਨਾ ਪੈਸਾ ਹੋਣਾ ਵੀ ਹਰ ਭਾਰਤੀ ਜਿਹੜਾ ਉਹਦੇ ਅਕਾਊਂਟ 'ਚ 15-15 ਲੱਖ ਰੁਪਏ ਪੈਣਗੇ। ਬਲੈਕ ਮਨੀ ਤਾਂ ਕੀ ਹੋਣੀ ਸੀ, 15 ਲੱਖ ਤਾਂ ਕੀ ਪੈਣਾ ਸੀ। ਜਿਹੜੇ ਥੋੜੇ ਬਹੁਤ ਰੁਜ਼ਗਾਰ ਸੀ ਲੋਕਾਂ ਦੇ ਕੋਲ ਉਹ। ਤੇ ਅੱਜ ਐਂਟੀ ਕਰਪਸ਼ਨ ਮੂਵ ਦਾ ਹੀਰੋ ਅੰਨਾ ਹਜ਼ਾਰੇ, ਜਦੋਂ ਕਰੋਨਾ ਦੇ ਨਾਂ ਦੇ ਉੱਤੇ ਬਿਜ਼ਨਸ ਹੋ ਰਹੇ ਨੇ, ਬਲੈਕ ਹੋ ਰਹੀ ਹੈ, ਅਰਬਾਂ ਰੁਪਈਆਂ ਦਾ ਕਾਲਾ ਬਾਜ਼ਾਰ ਖੜਾ ਹੋ ਗਿਆ, ਅਰਬਾਂ ਰੁਪਈਆਂ ਦੀ ਬਲੈਕ ਮਾਰਕੀਟ ਖੜਾ ਹੋ ਗਈ, ਉਦੋਂ ਅੰਨਾ ਹਜ਼ਾਰੇ ਕਿੱਥੇ ਹੈ? ਅੰਨਾ ਹਜ਼ਾਰੇ ਰਾਲੇਗੜ੍ਹ ਸਿੱਧੀ ਜਿਹੜਾ ਉਹਦਾ ਪਿੰਡ ਹੈ, ਉਹ ਆਪਣੇ ਆਸ਼ਰਮ 'ਚ ਸੁੱਤਾ ਪਿਆ। ਹੁਣ ਕਿੱਥੇ ਗਈ ਕਰਪਸ਼ਨ? ਅਲਟੀਮੇਟਲੀ ਜਿਹੜੀ ਪੋਲੀਟੀਕਲ ਕਰਪਸ਼ਨ ਹੈ, ਸਾਡੀਆਂ ਓਵਰਆਲ ਜਿਹੜੀਆਂ ਪ੍ਰੋਬਲਮਸ ਹੈ ਉਹਦੀ ਜੜ 'ਚ ਹੈ। ਜਿਹੜਾ ਥੱਲੇ ਤੱਕ ਜਿਹੜੀ ਕਰਪਸ਼ਨ ਹੈ, ਸਧਾਰਨ ਬੰਦੇ ਨੂੰ ਮੈਂ ਕਦੀ ਦੋਸ਼ ਨਹੀਂ ਦਿੰਦਾ। ਸਧਾਰਨ ਬੰਦਾ ਜਿਹੜਾ ਆ, ਕਾਮਨ ਮੈਨ ਜਿਹੜਾ ਆ, ਜੇ ਕਿਤੇ ਥੋੜਾ ਬਹੁਤ ਕਰਪਟ ਹੈ ਤਾਂ ਉਹ ਕਿਉਂ ਕਰਪਟ ਹੈ? ਕਿਉਂਕਿ ਸਿਸਟਮ ਨੇ ਉਹਨੂੰ ਕਰਪਟ ਬਣਾਇਆ। ਮਿਸਾਲ ਦੇ ਤੌਰ ਤੇ ਕਈ ਲੋਕ ਸਵਾਲ ਉਠਾਉਂਦੇ ਆ ਵੀ ਲਓ ਜੀ ਆ ਜਿਹੜਾ ਨਾਰੀਅਲ ਪਾਣੀ ਦਾ, ਉਹ ਜਿਹੜਾ ਨਾਰੀਅਲ ਮਿਲਦਾ ਜਦੋਂ ਆਪਾਂ ਲੈਂਦੇ ਆ, ਜਿਹੜਾ ਉਹ ਪੀਂਦੇ ਆ ਆਪਾਂ ਨਾਰੀਅਲ ਪਾਣੀ, ਜਿਹੜੇ ਬਹੁਤੇ ਕੇਰਲਾ 'ਚ ਆਉਂਦੇ ਆ, ਵੀ ਰੂਟੀਨ ਹੈ ਜਦੋਂ ਠੀਕ ਸੀ ਮਾਹੌਲ ਤਾਂ 30 ਰੁਪਏ ਦਾ ਸੀ। ਹੁਣ ਅੱਜ ਤੁਸੀਂ ਇੱਥੇ ਨਾਰੀਅਲ ਪਾਣੀ ਉਹ ਲੈਣ ਜਾਓ ਤਾਂ 100 ਰੁਪਏ ਦਾ ਦਿੰਦੇ ਆ। ਤੇ ਲੋਕ ਇਹ ਸਵਾਲ ਕਰਦੇ ਆ, ਇਹ ਰੇਹੜੀ ਵਾਲਾ ਅੱਗੇ ਤਾਂ 30 ਰੁਪਏ ਵੇਚਦਾ ਸੀ, ਉਹ 100 ਰੁਪਏ ਕੋ ਵੇਚਦਾ। ਉਹ 100 ਰੁਪਏ ਇਸ ਕਰਕੇ ਵੇਚਦਾ ਕਿਉਂਕਿ ਉਹ ਸਵੇਰੇ ਜਦੋਂ ਲੈ ਕੇ ਰੇਹੜੀ ਤੁਰਦਾ, ਅੱਗੇ ਰਾਤ ਤੇ ਖੜਾ ਰਹਿੰਦਾ ਸੀ, ਤੇ ਹੁਣ ਉਹ 6 ਵਜੇ ਰੇਹੜੀ ਸਮੇਟਣੀ ਪੈਂਦੀ ਹੈ। ਤੇ ਈਵਨ ਇਹ ਤਾਂ ਮੈਂ ਨਾਰੀਅਲ ਪਾਣੀ ਦਾ ਇੱਕ ਉਦਾਹਰਨ ਦਿੱਤੀ ਹੈ, ਬਾਕੀ ਫਲ ਫਰੂਟ ਹੈ, ਸਬਜ਼ੀਆਂ, ਉਹ 6 ਵਜੇ ਤੱਕ ਘਰ ਮੁੜਨਾ ਉਹਨੇ, ਉਹਦੇ ਵਿੱਚੋਂ 30-35-40% ਜਿਹੜੀ ਸਬਜ਼ੀ ਆ ਜਾਂ ਫਲ ਫਰੂਟ ਹੈ ਉਹ ਖਰਾਬ ਹੋਣਾ ਹੁੰਦਾ। ਉਹਨੇ ਆਪਣਾ ਉਹ ਮਾਰਜਨ ਵੀ ਦੇਖਣਾ। ਦੂਜੀ ਗੱਲ ਹੈ ਜਿਹੜਾ ਨੈਸ਼ਨਲ ਲੈਵਲ ਦੇ ਉੱਤੇ, ਸਟੇਟ ਲੈਵਲ ਤੇ ਜਿਹੜੇ ਸਿਆਸੀ ਲੀਡਰ ਜਿਹੜੀ ਕਰਪਸ਼ਨ ਕਰਦੇ ਆ, ਉਹ ਉਹਨੂੰ ਦਿਖਾਈ ਦੇ ਰਹੀ ਹੈ। ਉਹ ਦੇਖਦਾ ਹੈ ਵੀ ਜਦੋਂ ਸਾਡਾ ਪ੍ਰਧਾਨ ਮੰਤਰੀ ਮੰਨ ਲਓ ਤੋਪਾਂ ਦੇ ਸੌਦੇ ਦੇ ਵਿੱਚੋਂ 64 ਕਰੋੜ ਰੁਪਈਆ ਖਾ ਸਕਦਾ ਹੈ, ਮੇਰੇ 50 ਰੁਪਏ ਕਿਉਂ ਦੁਖਦੇ ਆ ਵੀ? ਇਸ ਕਰਕੇ ਉਹ ਵੀ ਕਰਦਾ। ਸੋ ਸਿਸਟਮ 'ਚ ਸਾਰਾ ਕੁਝ ਆ, ਸਿਸਟਮ 'ਚ ਦੇਖਿਆ ਜਾ ਰਿਹਾ ਵੀ ਜਿਹੜੇ ਵੱਡੇ ਪੱਧਰ ਤੇ ਵੱਡੇ ਹਸਪੀਟਲ ਹੈ, ਐਡੀ ਵੱਡੀ ਕਰਪਸ਼ਨ ਇਸ ਵੇਲੇ ਕਰ ਰਹੇ ਆ। ਸਰਕਾਰ ਦੀ ਉਹਨਾਂ ਦੀ ਪੁਸ਼ਤਪਨਾਹੀ ਹੈ, ਸਰਕਾਰ ਦੀ ਸਰਪ੍ਰਸਤੀ ਹੈ। ਜਿਹੜਾ ਸਧਾਰਨ ਹੈ ਬੰਦਾ ਉਹ ਵੀ ਸੋਚਦਾ ਜੇ ਉਹ ਕਰਦੇ ਮੈਂ ਵੀ ਕਰਾਂ। ਸੋ ਅਲਟੀਮੇਟਲੀ ਮਾਹੌਲ ਹੀ ਏਦਾਂ ਹੈ, ਸਾਡੇ ਜੀਨ ਦੇ ਵਿੱਚ ਕਰਪਸ਼ਨ ਪਾ ਦਿੱਤੀ ਗਈ ਹੈ। ਤੇ ਜੀਨ ਜਿਹੜਾ 7 ਪੀੜ੍ਹੀਆਂ ਤੱਕ ਕੰਮ ਕਰਦਾ ਹੈ, 7 ਪੀੜ੍ਹੀਆਂ ਤੱਕ, 7 ਪੀੜ੍ਹੀਆਂ ਬਾਅਦ ਕਿਤੇ ਜੀਨ ਬਦਲਿਆ ਕਰਦਾ ਜੀ। ਨਿਸ਼ਾਨ ਸਾਹਿਬ, ਮਨਜਿੰਦਰ ਸਿੰਘ ਸਿਰਸਾ ਹੁਣੀ ਕਿਸਾਨ ਅੰਦੋਲਨ ਦੀ ਗੱਲ ਕਰੀਏ, ਹੁਣ ਕਰੋਨਾ ਵਾਇਰਸ ਦੀ ਗੱਲ ਕਰੀਏ, ਬੜੇ ਭਲੇ ਦੇ ਕੰਮ ਕੀਤੇ। ਬਹੁਤ ਉਹਨਾਂ ਨੇ ਕਿਸਾਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਹਰ ਵੇਲੇ ਖੜੇ। ਅੱਜ ਆਕਸੀਜਨ ਲਾ ਕੇ ਲੰਗਰ ਹਾਲ ਦੇ ਵਿੱਚ ਲੋਕਾਂ ਦੀ ਮਦਦ ਕਰ ਰਹੇ ਨੇ। ਪਰ ਹੁਣ ਜਿਹੜਾ 2 ਕਰੋੜ ਰੁਪਈਆ ਅਮਿਤਾਭ ਬੱਚਨ ਤੋਂ ਲਿਆ, ਉਸ ਦੇ ਉੱਤੇ ਮਨਜਿੰਦਰ ਸਿੰਘ ਸਿਰਸਾ ਨੂੰ ਕਿਹਾ ਗਿਆ ਕਿ ਇਸ ਨੂੰ ਕਮੇਟੀ ਜਿਹੜੀ ਹੈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਜਾਂ ਅਕਾਲ ਤਖਤ ਤੇ ਇਸ ਨੂੰ ਤਲਬ ਕੀਤਾ ਜਾਵੇ। ਇਹ ਕੀ ਖਬਰ ਕੀ ਐਕਚੁਅਲ ਖਬਰ ਇਹ ਹੈ ਕਿ ਕੋਵਿਡ ਦਾ ਜਿਹੜਾ ਸੈਂਟਰ ਹੈ ਬਣਿਆ ਹੋਇਆ ਰਕਾਬਗੰਜ ਗੁਰਦੁਆਰੇ ਦੇ ਵਿੱਚ ਦਿੱਲੀ ਦੇ ਵਿੱਚ ਜੀ, ਉੱਥੇ ਉਹਨਾਂ ਨੇ ਕੁਝ ਪਾਸੇ 2 ਕਰੋੜ ਰੁਪਏ ਦਿੱਤੇ ਆ। ਉਹ ਜਦੋਂ 2 ਕਰੋੜ ਰੁਪਏ ਦਿੱਤੇ, ਅਚਾਨਕ ਇਸ਼ੂ ਜਿਹੜਾ ਆ ਉਹ ਦਿੱਲੀ ਦੀ ਜਿਹੜੀ ਸਿੱਖ ਸਿਆਸਤ ਹੈ ਉਹਦੇ ਵਿੱਚ ਕਾਫੀ ਜ਼ਿਆਦਾ ਗਰਮ ਹੋ ਗਿਆ। ਗਰਮ ਇਸ ਕਰਕੇ ਹੋਇਆ ਵਿਰੋਧੀ ਨੇ ਖਾਸ ਤੌਰ ਦੇ ਉੱਤੇ ਪਰਮਜੀਤ ਸਿੰਘ ਸਰਨਾ ਦਾ ਧੜਾ ਜਿਹੜਾ ਆ, ਉਹਨਾਂ ਨੇ ਦੋਸ਼ ਲਾਏ, ਮਨਜੀਤ ਸਿੰਘ ਜੀਕੇ ਨੇ ਵੀ ਦੋਸ਼ ਲਾਏ, ਜਾਂ ਕੁਝ ਹੋਰ ਲੋਕਾਂ ਨੇ ਵੀ ਦੋਸ਼ ਲਾਏ ਵੀ ਇਹ ਉਹ ਅਮਿਤਾਭ ਬੱਚਨ ਹੈ ਜਦੋਂ 1984 ਦੇ ਵਿੱਚ ਸਿੱਖ ਕਤਲੇਆਮ ਹੋ ਰਿਹਾ ਸੀ, ਸ਼੍ਰੀਮਤੀ ਇੰਦਰਾ ਗਾਂਧੀ ਦਾ ਕਤਲ ਹੋ ਚੁੱਕਾ ਸੀ ਤੇ ਉਹਨਾਂ ਦੀ ਮ੍ਰਿਤਕ ਦੇ ਜਿਹੜੀ ਆ 3 ਮੂਰਤੀ ਭਵਨ 'ਚ ਪਈ ਸੀ। ਉਦੋਂ ਉਸ ਮ੍ਰਿਤਕ ਦੇਹ ਕੋ ਖੜ ਕੇ
ਅਮਿਤਾਭ ਬੱਚਨ ਨੇ ਨਾਰੇ ਲਾਏ ਤੇ ਉਹ ਦੂਰਦਰਸ਼ਨ ਤੇ ਪ੍ਰਸਾਰਿਤ ਹੋਏ। ਅਮਿਤਾਭ ਬੱਚਨ ਉਦੋਂ ਰਾਜੀਵ ਗਾਂਧੀ ਦਾ ਬਹੁਤ ਨੇੜੇ ਦਾ ਦੋਸਤ ਹੋਇਆ ਕਰਦਾ ਸੀ। ਅਮਿਤਾਭ ਬੱਚਨ ਉਦੋਂ ਇੰਦਰਾ ਨਹਿਰੂ ਪਰਿਵਾਰ ਦਾ ਹਿੱਸਾ ਹੋਇਆ ਕਰਦਾ ਸੀ। ਦੋਸ਼ ਉਹਦੇ ਤੇ ਇਹ ਵੀ ਉਹਨੇ ਨਾਰੇ ਲਾਏ ਖੂਨ ਕਾ ਬਦਲਾ ਖੂਨ, ਤੇ ਕਿਹਾ ਗਿਆ ਕਿ ਉਹ ਦੂਰਦਰਸ਼ਨ ਤੇ ਵੀ ਇਹ ਨਾਰੇ ਦਿਖਾਈ ਦਿੱਤੇ ਉਦੋਂ, ਕਿਉਂਕਿ ਲਾਈਵ ਚੱਲ ਰਿਹਾ ਸੀ ਉਦੋਂ। ਤੇ ਉਸ ਤੋਂ ਬਾਅਦ ਜਿਵੇਂ ਦਿੱਲੀ ਦੇ ਵਿੱਚ ਜਾਂ ਦੇਸ਼ ਭਰ ਦੇ ਵਿੱਚ ਵਾਇਲੈਂਸ ਫੈਲੀ, ਸਿੱਖ ਭਾਈਚਾਰੇ ਦਾ ਜਿਵੇਂ ਕਤਲੇਆਮ ਕੀਤਾ ਗਿਆ, ਉਹਦੇ ਚ ਇਨਵੋਲਵਮੈਂਟ ਜਿਹੜੀ ਹੈ ਇਸ ਰੂਪ ਦੇ ਵਿੱਚ ਦੇਖੀ ਗਈ ਅਮਿਤਾਭ ਬੱਚਨ ਦੀ, ਵੀ ਉਹਨਾਂ ਦੇ ਇਸ ਭੜਕਾਊ ਨਾਰੇ ਕਰਕੇ ਲੋਕ ਭੜਕੇ, ਇਸ ਕਰਕੇ ਉਹਦਾ ਗੁਨਾਹ ਮਾਫ ਨਹੀਂ ਕੀਤਾ ਜਾ ਸਕਦਾ। ਇਹ ਕਹਿਣਾ ਆ ਮਨਜਿੰਦਰ ਸਿੰਘ ਸਿਰਸਾ ਦੇ ਵਿਰੋਧੀ ਧੜਿਆਂ ਦਾ ਜਾਂ ਦਿੱਲੀ ਦੇ ਬਾਕੀ ਅਕਾਲੀ ਧੜਿਆਂ ਦਾ। ਦੂਜੀ ਗੱਲ, ਮਨਜੀਤ ਸਿੰਘ ਜੀਕੇ ਨੇ ਇਹ ਵੀ ਕਿਹਾ ਵੀ ਇਕੱਲੇ ਰਕਾਬਗੰਜ ਗੁਰਦੁਆਰੇ 'ਚ ਹੀ ਨਹੀਂ, ਸਗੋਂ ਜਿਹੜਾ ਬੰਗਲਾ ਸਾਹਿਬ ਗੁਰੂ ਘਰ ਹੈ ਉੱਥੇ ਵੀ ਜਿੰਨੇ ਵੀ ਕੰਮਕਾਜ ਹੋ ਰਹੇ ਨੇ, ਲੰਗਰ ਲੱਗ ਰਹੇ ਨੇ, ਉਹਦੇ 'ਚ ਵੀ ਵੱਡਾ ਹਿੱਸਾ ਅਮਿਤਾਭ ਬੱਚਨ ਦੇ ਪੈਸਿਆਂ ਦਾ ਹੈ। ਇਸ ਕਰਕੇ ਇਹਦਾ ਜਵਾਬ ਦੇਣਾ ਚਾਹੀਦਾ ਮਨਜਿੰਦਰ ਸਿੰਘ ਸਿਰਸਾ ਨੂੰ, ਕਿਉਂਕਿ ਉਹ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ। ਤੇ ਮਨਜੀਤ ਸਿੰਘ ਜੀਕੇ ਤੋਂ ਇਲਾਵਾ ਜਿਹੜੇ ਸਰਨਾ ਧੜੇ ਦੇ ਲੀਡਰ ਹੈ, ਉਹਨਾਂ ਨੇ ਇਸ ਮਸਲੇ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਕੋਲ ਵੀ ਉਠਾਇਆ, ਚਿੱਠੀ ਲਿਖਿਆ ਵੀ ਇਸ ਮਸਲੇ ਨੂੰ ਦੇਖਿਆ ਜਾਏ ਤੇ ਇਸ ਮਸਲੇ ਦੇ ਉੱਤੇ ਮਨਜਿੰਦਰ ਸਿੰਘ ਸਿਰਸਾ ਨੂੰ ਤਲਬ ਕੀਤਾ ਜਾਏ। ਹੁਣ ਸ਼੍ਰੀ ਅਕਾਲ ਸਾਹਿਬ ਦਾ ਹਾਲੇ ਇਹਦੇ ਤੇ ਕੋਈ ਪ੍ਰਤੀਕਰਮ ਨਹੀਂ ਹੈ, ਪਰ ਮਸਲਾ ਬਹੁਤ ਜ਼ਿਆਦਾ ਗਰਮ ਹੋ ਗਿਆ। ਦਿੱਲੀ ਦੇ ਵਿੱਚ ਆਉਣ ਵਾਲੇ ਸਮੇਂ ਵਿੱਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵੀ ਹੈ, ਜਿਹੜੀਆਂ ਪੋਸਟਪੋਨ ਹੋ ਗਈਆਂ ਸੀ, ਉਹ ਹੋਣੀਆਂ। ਜਦੋਂ ਕੋਵਿਡ ਦਾ ਸਮਾਂ ਲੰਘ ਜਾਏਗਾ ਤਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵੀ ਹੋਣੀਆਂ। ਇਹਨੂੰ ਨਜ਼ਰ 'ਚ ਰੱਖਦਿਆਂ ਮਨਜੀਤ ਸਿੰਘ ਜੀਕੇ ਨੇ ਇਹ ਵੀ ਕਿਹਾ ਵੀ ਜਦੋਂ ਅਗਲੀ ਵਾਰ ਅਸੀਂ ਜਿੱਤ ਕੇ ਆਏ ਤੇ ਜਿਹੜਾ 2 ਕਰੋੜ ਰੁਪਇਆ ਅਮਿਤਾਭ ਬੱਚਨ ਨੇ ਲਿਆ, ਅਸੀਂ ਉਹ ਵਾਪਸ ਕਰਾਂਗੇ। ਸੋ ਇਹਦੇ ਪਿੱਛੇ ਇੱਕ ਗੁਰਦੁਆਰੇ ਦੀ ਵਰਕ ਕਰਦੀ ਦਿਖਾਈ ਦੇ ਰਹੀ ਹੈ ਜੀ। ਕਿਸਾਨ ਸਾਹਿਬ, ਪ੍ਰਸ਼ਾਂਤ ਕਿਸ਼ੋਰ ਭਾਵੇਂ ਕਾਂਗਰਸ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਇਲੈਕਸ਼ਨ ਹੋਣੀ ਹੈ ਉਹ 'ਚ ਭਾਗ ਸ਼ਾਇਦ ਨਾ ਲਵੇ, ਪਰ ਪ੍ਰਸ਼ਾਂਤ ਕਿਸ਼ੋਰ ਦੀ ਆਵਾਜ਼ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਟਿਕਟਾਂ ਵੰਡ ਰਹੇ ਸੀ ਵੀ ਭਾਈ ਮੈਂ ਪ੍ਰਸ਼ਾਂਤ ਕਿਸ਼ੋਰ ਬੋਲ ਰਿਹਾ ਤੇ ਕਾਂਗਰਸ ਦੀ ਟਿਕਟ ਲੈਣੀ ਤਾਂ ਗੱਲ ਕਰੋ, ਤੇ ਉਹ 2 ਵਿਅਕਤੀ ਫੜੇ ਗਏ ਨੇ। ਇਹ ਵੈਸੇ ਪੂਰੇ ਦਾ ਪੂਰਾ ਇੱਕ ਗਰੋਹ ਕੰਮ ਕਰ ਰਿਹਾ ਸੀ। ਹਾਲੇ ਉਹਨਾਂ ਦੀ ਪੁੱਛਗਿੱਛ ਹੋ ਰਹੀ ਹੈ। ਜਲੰਧਰ ਦੇ ਇੱਕ ਹੋਟਲ ਦੇ ਕੋਲ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮਤਲਬ ਕਿ ਇਹ ਲੋਕ ਕੀ ਕਰਦੇ ਸੀ, ਪ੍ਰਸ਼ਾਂਤ ਕਿਸ਼ੋਰ ਦੀ ਆਵਾਜ਼ ਕੱਢ ਕੇ ਚੀਫ ਐਡਵਾਈਜ਼ਰ ਦੇ ਪ੍ਰਸ਼ਾਂਤ ਕਿਸ਼ੋਰ, ਭਾਵੇਂ ਉਹਨਾਂ ਨੇ ਕਿਹਾ ਵੀ ਮੈਂ ਹੁਣ ਜਿਹੜੀ ਕੋਈ ਵੀ ਇਲੈਕਸ਼ਨ ਜਿਹੜੀ ਉਹਨੂੰ ਡਿਜ਼ਾਈਨ ਨਹੀਂ ਕਰਨਾ, ਉਹਦੇ ਬਾਵਜੂਦ ਹਾਲੇ ਵੀ ਪੰਜਾਬ ਦੇ ਮੁੱਖ ਮੰਤਰੀ ਦੇ ਚੀਫ ਐਡਵਾਈਜ਼ਰ ਉਹ ਹੈਗੇ ਨੇ। ਉਹਨਾਂ ਨੂੰ ਕੈਬਨਿਟ ਮੰਤਰੀ ਦਾ ਦਰਜਾ ਵੀ ਦਿੱਤਾ ਹੋਇਆ। ਚਰਚਾ ਇਹ ਵੀ ਚੱਲ ਰਹੀ ਸੀ ਵੀ ਪ੍ਰਸ਼ਾਂਤ ਕਿਸ਼ੋਰ ਹੀ ਸ਼ਾਇਦ ਟਿਕਟਾਂ ਦਾ ਫੈਸਲਾ ਕਰਨਗੇ ਵੀ ਪੰਜਾਬ ਦੇ ਵਿੱਚ ਕਿਹਨੂੰ ਟਿਕਟ ਦੇਣੀ ਆ ਕਿਹਨੂੰ ਨਹੀਂ ਦੇਣੀ ਕਾਂਗਰਸ ਪਾਰਟੀ ਦੇ ਐਜ਼ ਏ ਕੈਂਡੀਡੇਟ ਦੇ ਤੌਰ ਤੇ। ਭਾਵੇਂ ਕੈਪਟਨ ਅਮਰਿੰਦਰ ਨੇ ਇਸ ਗੱਲ ਨੂੰ ਰੱਦ ਕੀਤਾ ਸੀ ਇਹ ਕਹਿ ਕੇ ਕਿ ਪ੍ਰਸ਼ਾਂਤ ਕਿਸ਼ੋਰ ਸਾਡੀ ਇਲੈਕਸ਼ਨ ਦੀ ਰਣਨੀਤੀ ਜ਼ਰੂਰ ਬਣਾਉਣਗੇ, ਪਰ ਕੌਣ ਚੋਣ ਲੜੂ ਕੌਣ ਨਹੀਂ ਲੜੂਗਾ ਇਹਦਾ ਫੈਸਲਾ ਉਹਨੇ ਨਹੀਂ ਕਰਨਾ, ਉਹਦਾ ਫੈਸਲਾ ਅਸੀਂ ਕਰਨਾ ਹੈ ਤੇ ਹਾਈ ਕਮਾਂਡ ਨੇ ਉੱਤੇ ਸਹੀ ਪਾਉਣੀ ਹੈ। ਔਰ ਉਹਦੇ ਬਾਵਜੂਦ ਇੱਕ ਮੈਸੇਜ ਕਨਵੇ ਹੋ ਗਿਆ ਸੀ ਵੀ ਪ੍ਰਸ਼ਾਂਤ ਕਿਸ਼ੋਰ ਦਾ ਟਿਕਟਾਂ ਵੰਡਣ ਦੇ ਵਿੱਚ ਵੱਡਾ ਹੱਥ ਹੋਣਾ। ਇਹਨੂੰ ਬਸ ਇੱਕ ਬਣਾ ਕੇ, ਇੱਕ ਕੇਂਦਰ ਬਿੰਦੂ ਬਣਾ ਕੇ ਵੀ ਪ੍ਰਸ਼ਾਂਤ ਕਿਸ਼ੋਰ ਦੇ ਨਾਂ ਦੇ ਉੱਤੇ ਲੋਕ ਠੱਗੇ ਜਾਣਗੇ, ਤੇ ਇਹਨਾਂ ਲੋਕਾਂ ਨੇ ਫੋਨ ਕਰਦੇ ਸ਼ੁਰੂ ਕੀਤੇ ਕਈਆਂ ਨੂੰ। ਬਠਿੰਡੇ ਦੀ ਇੱਕ ਲੇਡੀ ਲੀਡਰ ਜਿਹੜੀ ਆ ਕਾਂਗਰਸ ਦੀ, ਉਹਦਾ ਨਾਂ ਹਾਲੇ ਛਾਇਆ ਨਹੀਂ ਹੋਇਆ, ਨਾਂ ਸਾਹਮਣੇ ਦੱਸਿਆ ਨਹੀਂ ਗਿਆ, ਉਹਦੇ ਤੋਂ ਠੱਗੀ ਮਾਰ ਵੀ ਲਈ। ਹੁਣ ਲੁਧਿਆਣੇ ਦੇ ਇੱਕ ਕਾਂਗਰਸੀ ਨੂੰ ਫੋਨ ਕਰਕੇ ਕਹਿ ਰਹੇ ਸੀ ਤੈਨੂੰ ਟਿਕਟ ਦਵਾਵਾਂਗੇ, ਪ੍ਰਸ਼ਾਂਤ ਕਿਸ਼ੋਰ ਦੀ ਆਵਾਜ਼ ਕਹਿ ਕੇ, ਤੇ ਉਹਨੂੰ ਪਤਾ ਲੱਗ ਗਿਆ ਵੀ ਇਹ ਤਾਂ ਪ੍ਰਸ਼ਾਂਤ ਕਿਸ਼ੋਰ ਹੈ ਨਹੀਂ, ਇਹ ਤਾਂ ਠੱਗੀ ਦਾ ਮਾਮਲਾ। ਉਹਨੇ ਪੁਲਿਸ ਕੋਲ ਸ਼ਿਕਾਇਤ ਕੀਤੀ। ਫਿਰ ਉਹਦੀ ਨਿਸ਼ਾਨਦੇਹੀ ਦੇ ਉੱਤੇ ਜਦੋਂ ਸੌਦਾ ਸੁਦਾ ਹੋਣਾ ਸੀ ਜਲੰਧਰ ਕਿਤੇ, ਲੁਧਿਆਣੇ ਦੀ ਪੁਲਿਸ ਨੇ ਜਾ ਕੇ ਜਲੰਧਰ ਦੇ ਉਸ ਥਾਂ ਤੇ ਜਿੱਥੇ ਸੌਦਾ ਹੋਣਾ ਸੀ ਉੱਥੇ ਛਾਪਾ ਮਾਰ ਕੇ ਉਹਨਾਂ 2 ਜਣਿਆਂ ਨੂੰ ਫੜ ਲਿਆ। ਇਹ ਪੂਰਾ ਗੈਂਗ ਹੈ। ਇਹਦੇ ਹੋਰ ਜਿਹੜੇ ਮੈਂਬਰ ਹੋਣਗੇ ਉਹਨਾਂ ਦਾ ਪਤਾ ਲੱਗੂਗਾ। ਸੋ ਤੁਸੀਂ ਦੇਖ ਸਕਦੇ ਹੋ ਵੀ ਠੱਗੀ ਮਾਰਨ ਵਾਲੇ ਹਰ ਮਾਮਲੇ ਦੇ ਵਿੱਚ ਠੱਗੀ ਮਾਰਨ ਦਾ ਕੋਈ ਨਾ ਕੋਈ ਰਸਤਾ ਕੱਢ ਲੈਂਦੇ ਆ, ਪਰ ਇਹ ਫੜੇ ਗਏ ਨੇ। ਇਹਨਾਂ ਦਾ ਬਾਕੀ ਗੈਂਗ ਵੀ ਜਿਹੜਾ ਉਹਦਾ ਪਰਦਾ ਚਾਕ ਹੋਏਗਾ, ਫਿਰ ਪਤਾ ਲੱਗੇਗਾ ਕਿ ਕਿਹਨੂੰ ਹਾਲੇ ਤੱਕ ਇਹਨਾਂ ਨੇ ਠੱਗਿਆ। ਕਈ ਵਾਰੀ ਜਿਹੜਾ ਠੱਗਿਆ ਗਿਆ ਬੰਦਾ ਹੁੰਦਾ ਨਾ, ਉਹ ਸੰਗ ਦਾ ਮਾਰਾ ਦੱਸਦਾ ਨਹੀਂ ਹੁੰਦਾ ਵੀ ਮੈਨੂੰ ਵੀ ਠੱਗ ਕੇ ਲੱਗਿਆ, ਕਿਉਂਕਿ ਜੇ ਉਹ ਦੱਸੂਗਾ ਤਾਂ ਇਹ ਪਤਾ ਲੱਗ ਜਾਊਗਾ ਇਹ ਕਾਂਗਰਸ ਦੀ ਪਾਰਟੀ ਦੀ ਟਿਕਟ ਲੈਣੀ ਚਾਹੁੰਦਾ, ਤੇ ਜੇ ਉਹਨੂੰ ਮਿਲਣੀ ਵੀ ਹੋਈ ਆਉਣ ਵਾਲੇ ਸਮੇਂ ਦੇ ਵਿੱਚ ਉਹ ਵੀ ਉਹਦੀ ਗੋਲ ਹੋ ਜਾਣੀ ਹੈ। ਬੰਦਾ ਵੀ ਪ੍ਰਸ਼ਾਂਤ ਕਿਸ਼ੋਰ ਨੂੰ ਪੈਸੇ ਦੇ ਕੇ ਟਿਕਟ ਲੈਣੀ ਚਾਹੁੰਦਾ ਸੀ,
ਸੋ ਇਹ ਮਾਮਲਾ ਇੱਕ ਸਿਆਸੀ ਧੋਖਾਧੜੀ ਦਾ ਹੈ। ਇਹਦੇ 'ਚ ਸ਼ਾਮਲ 2 ਲੋਕ ਫੜੇ ਗਏ ਨੇ, ਬਾਕੀ ਹਾਲੇ ਫੜੇ ਜਾਣੇ ਨੇ ਜੀ। ਪ੍ਰੋਗਰਾਮ ਸਾਂਝਾ ਪੰਜਾਬ ਵਿੱਚ ਗੱਲਬਾਤ ਅਸੀਂ ਕਰ ਰਹੇ ਸ਼ਹੀਦ ਦਸਾਂਝ ਸਾਹਿਬ ਦੇ ਨਾਲ ਚੰਡੀਗੜ੍ਹ ਤੋਂ। ਦਸਾਂਝ ਸਾਹਿਬ, ਭਗਵੰਤ ਮਾਨ ਨੇ ਕੈਪਟਨ ਸਰਕਾਰ ਤੇ ਇਲਜ਼ਾਮ ਇਹ ਲਾਇਆ ਕਿ ਜਿਹੜਾ ਕਟੜਾ ਦਿੱਲੀ ਐਕਸਪ੍ਰੈਸ ਹਾਈਵੇ ਬਣ ਰਿਹਾ, ਕਿਸਾਨਾਂ ਦੀਆਂ ਜ਼ਮੀਨਾਂ ਧੱਕੇ ਦੇ ਨਾਲ ਖੋਲੀਆਂ। ਹੈਲੋ, ਹਾਂਜੀ ਹਾਂਜੀ ਹਾਂਜੀ, ਧੱਕੇ ਦੇ ਨਾਲ ਜ਼ਮੀਨਾਂ ਸਰਕਾਰ ਖੋਹ ਰਹੀ ਹੈ ਉਹਨਾਂ ਤੋਂ। ਇਹ ਅਸਲ 'ਚ ਇਲਜ਼ਾਮ ਤਾਂ ਭਾਵੇਂ ਉਹਨਾਂ ਨੇ ਲਾਇਆ, ਪਰ ਇਹ ਇਲਜ਼ਾਮ ਦੀ ਥਾਂ ਦੇ ਉੱਤੇ ਰਿਐਲਿਟੀ ਜ਼ਿਆਦਾ ਦਿਖਾਈ ਦੇ ਰਹੀ ਹੈ। ਰਿਐਲਿਟੀ ਲੈਵਲ ਤੇ ਦਿਖਾਈ ਦੇ ਰਹੀ ਹੈ ਕਿ ਜਿਹੜਾ ਐਕਸੈਸ ਹਾਈਵੇ ਬਣਨਾ ਮਥੁਰਾ ਤੋਂ ਲੈ ਕੇ ਉਹ ਜੋੜਨਾ ਜਾ ਕੇ ਅੰਮ੍ਰਿਤਸਰ ਤੱਕ, ਫਿਰ ਜਿਹੜਾ ਐਕਸੈਸ ਆ ਰਿਹਾ, ਜਿਹੜਾ ਚਾਈਨਾ ਬਣਾ ਰਿਹਾ, ਲਾਹੌਰ ਤੱਕ ਪਹੁੰਚ ਗਿਆ, ਉਹ ਇਹਦੇ ਨਾਲ ਹੋਣਾ। ਅਸਲ ਵਿੱਚ ਖਿੱਤਾ ਜਿਹੜਾ ਏਸ਼ੀਆ ਦਾ, ਇਹਦੇ 'ਚ ਸਭ ਤੋਂ ਵੱਡਾ ਵਪਾਰੀ ਜਿਹੜਾ ਆ ਉਹ ਚਾਈਨਾ ਬਣ ਗਿਆ। ਚਾਈਨਾ ਨੇ ਹਾਈਵੇ ਕੱਢਣਾ ਹੈ ਤੇ ਉਹਦੇ 'ਚ ਭਾਰਤ ਸਰਕਾਰ ਦੀ ਇਨਵੋਲਵਮੈਂਟ ਹੈ। ਉਹ ਭਾਰਤ ਸਰਕਾਰ ਦੀ ਇਨਵੋਲਵਮੈਂਟ ਇਸ ਕਰਕੇ ਹੈ ਕਿਉਂਕਿ ਉਹਦੇ ਪਿੱਛੇ ਕਾਰਪੋਰੇਟ ਹੈ। ਕਿਉਂਕਿ ਜਿਹੜਾ 3 ਖੇਤੀ ਕਾਨੂੰਨ ਹੈ ਨਾ, ਉਹ ਵੀ ਇਹਦੀ ਜੜ 'ਚ ਬੈਠੇ ਆ। 3 ਖੇਤੀ ਕਾਨੂੰਨ ਜਿਹੜੇ ਆ ਉਹ ਇਸ ਕਰਕੇ ਨਹੀਂ ਨਰਿੰਦਰ ਮੋਦੀ ਦੀ ਸਰਕਾਰ ਵਾਪਸ ਲੈ ਰਹੀ, ਕਿਉਂਕਿ ਕਾਰਪੋਰੇਟ ਨੇ ਸੌਦਾ ਕੀਤਾ ਹੋਇਆ ਚਾਈਨਾ ਦੇ ਨਾਲ। ਟ੍ਰੇਡ ਹੈ, ਉਹ ਟ੍ਰੇਡ ਹੋਣੀ ਹੈ ਜਿਹੜੀ ਮਤਲਬ ਉੱਥੋਂ ਚਾਈਨਾ ਤੋਂ ਤੁਰਨੀ ਹੈ ਤੇ ਪਾਕਿਸਤਾਨ ਤੋਂ ਹੁੰਦੀ ਹੋਈ ਵਾਇਆ ਸੜਕ, ਵਾਇਆ ਰੋਡ, ਭਾਰਤ ਤੋਂ ਹੁੰਦੀ ਹੋਈ ਅਗਲੇ ਮੁਲਕਾਂ ਤੱਕ, ਰਸ਼ੀਆ ਤੱਕ ਜਾਣੀ ਹੈ, ਹੋਰ ਮੁਲਕਾਂ ਨੂੰ ਵੀ ਜੋੜਨਾ ਨੇ। ਸੋ ਪੂਰੀ ਟ੍ਰੇਡ ਹੈ। ਉਹਦੇ ਜਿਹੜੇ ਭਾਰਤੀ ਕਾਰਪੋਰੇਟ ਜਿਹੜੇ ਆ ਉਹਨਾਂ ਦਾ ਚਾਈਨਾ ਨਾਲ ਵੀ ਸਮਝੌਤਾ ਹੈ। ਇਸੇ ਕਰਕੇ ਇਹ ਹਾਈਵੇ ਬਣ ਰਿਹਾ ਹੈ ਤੇ ਇਸੇ ਕਰਕੇ ਜਿਹੜੀ ਪੰਜਾਬ ਦੀ ਜ਼ਰਖੇਜ਼ ਜ਼ਮੀਨ ਹੈ ਉਹਦੇ ਤੇ ਇਹਨਾਂ ਦੀ ਨਜ਼ਰ ਹੈ। ਸੋ ਇਸ ਕਰਕੇ 3 ਖੇਤੀ ਕਾਨੂੰਨ ਲਿਆਂਦੇ ਗਏ ਆ। ਸੋ ਇਹਦੇ ਖਿਲਾਫ ਜਿਹੜੀ ਲੜਾਈ ਚੱਲ ਰਹੀ ਹੈ। ਪਰ ਜਿਹੜਾ ਐਕਸੈਸ ਬਣਾ ਰਹੇ ਆ ਉਹਦੇ ਲਈ ਬਣਾਉਣ ਵਾਸਤੇ ਜਿਹੜੀ ਜ਼ਮੀਨ ਅਕਵਾਇਰ ਕੀਤੀ ਜਾ ਰਹੀ ਹੈ ਉਹ ਕੌਡੀਆਂ ਦੇ ਭਾਅ ਕੀਤੀ ਜਾ ਰਹੀ ਹੈ। ਉਹਦਾ ਵਿਰੋਧ ਜਿਹੜੇ ਆ ਪੰਜਾਬ ਦੇ ਉਹ ਕਿਸਾਨ ਕਰ ਰਹੇ ਆ ਜਿਨ੍ਹਾਂ ਦੀਆਂ ਜ਼ਮੀਨਾਂ ਅਕਵਾਇਰ ਹੋਣੀਆਂ ਤੇ ਉਹ ਨਿਸ਼ਾਨਦੇਹੀ ਹੋ ਚੁੱਕੀ ਹੈ ਤੇ ਉਹਨਾਂ ਨੂੰ ਜੀ ਜੀ। ਹੈਲੋ ਦਸਾਂਝ ਸਾਹਿਬ, ਤੁਹਾਡੀ ਆਵਾਜ਼ ਨਹੀਂ ਆ ਰਹੀ। ਹੈਲੋ, ਕਰ ਰਹੇ ਜੀ ਜੀ। ਇਸੇ ਕਰਕੇ ਟਰੈਕਟਰ ਲੈ ਕੇ ਪਟਿਆਲੇ ਦਾ ਮੋਤੀ ਮਹਿਲ ਘੇਰਿਆ ਕਿਸਾਨਾਂ ਨੇ। ਸੋ ਭਗਵੰਤ ਮਾਨ ਦੇ ਜਿਹੜੇ ਇਲਜ਼ਾਮ ਹੈ ਉਹ ਇਲਜ਼ਾਮ ਨਾ ਹੋ ਕੇ ਰਿਐਲਿਟੀ ਹੈ, ਉਹ ਸੱਚ ਹੈ। ਕਿਸਾਨ ਵੀ ਲੜ ਰਹੇ ਇਹਦੇ ਖਿਲਾਫ ਵੀ ਠੀਕ ਹੈ, ਜੇ ਤੁਸੀਂ ਲੈਣੀ ਹੈ ਜ਼ਮੀਨ ਤਾਂ ਜਿਹੜੀ ਮਾਰਕੀਟ ਦੀ ਕੀਮਤ ਹੈ ਉਹ ਦਿਓ। ਤੁਸੀਂ ਸਰਕਾਰੀ ਕੀਮਤ ਦੇ ਨਾਂ ਦੇ ਉੱਤੇ ਜਿਹੜੀ ਮਾਰਕੀਟ ਦੀ ਕੀਮਤ ਹੈ ਉਹ ਤੋਂ ਅੱਧ ਵੀ ਨਹੀਂ ਦੇ ਰਹੇ। ਇਸ ਕਰਕੇ ਅਸੀਂ ਜ਼ਮੀਨਾਂ ਨਹੀਂ ਦਿੰਦੇ, ਉਹ ਲੜ ਰਹੇ। ਪਰ ਕੈਪਟਨ ਦੀ ਸਰਕਾਰ ਧੱਕੇ ਨਾਲ ਜ਼ਮੀਨਾਂ ਖੋਹਣਾ ਚਾਹੁੰਦੀ ਹੈ, ਇਹ ਗੱਲ ਬਿਲਕੁਲ ਸਾਫ਼ ਹੈ ਜੀ। ਦਸਾਂਝ ਸਾਹਿਬ, ਤੁਹਾਡਾ ਬਹੁਤ ਧੰਨਵਾਦ। ਅੰਤ ਦੇ ਵਿੱਚ 13 ਤਰੀਕ ਹੈ, ਕੱਲ੍ਹ ਨੂੰ ਈਦ ਦਾ ਪਵਿੱਤਰ ਤਿਉਹਾਰ ਹੈ। ਅਸੀਂ ਸਮੁੱਚੀ ਮੁਸਲਿਮ ਕਮਿਊਨਿਟੀ ਨੂੰ ਈਦ ਦੇ ਇਸ ਸ਼ੁਭ ਦਿਨ ਦੇ ਉੱਤੇ ਬਹੁਤ ਬਹੁਤ ਮੁਬਾਰਕਾਂ ਭੇਜਦੇ ਹਾਂ। ਬਿਲਕੁਲ, ਇਹ ਸਾਡੇ ਸਾਂਝੇ ਤਿਉਹਾਰ ਨੇ ਜੀ, ਚਾਹੇ ਉਹ ਈਦ ਹੋਵੇ, ਚਾਹੇ ਦੀਵਾਲੀ ਹੋਵੇ, ਚਾਹੇ ਹੋਲੀ ਹੋਵੇ। ਪਿਛਲੇ ਦਿਨਾਂ 'ਚ ਮੈਂ ਦੇਖਿਆ ਜਦੋਂ ਅਸੀਂ ਭਾਰਤ ਦੇ ਵਿੱਚ ਭਾਵੇਂ ਕਰੋਨਾ ਕਾਲ ਚੱਲਦਾ ਸੀ, ਹੋਲੀ ਦਾ ਦਿਨ ਸੀ ਤੇ ਲਾਹੌਰ ਤੋਂ, ਕਿਉਂਕਿ ਅਸੀਂ ਪਿਛਲੇ ਸਾਲ ਲਾਹੌਰ ਗਏ ਸੀ, ਬਹੁਤ ਸਾਡੇ ਦੋਸਤਾਂ ਨੇ ਜਿਹੜਾ ਆ ਉੱਥੇ ਹੋਲੀ ਦੇ ਜਸ਼ਨ ਮਨਾਏ ਤੇ ਪਾਕਿਸਤਾਨ ਲਾਹੌਰ ਦੇ ਵਿੱਚ, ਤੇ ਸਾਨੂੰ ਵੀਡੀਓਜ਼ ਤੇ ਫੋਟੋਜ਼ ਭੇਜੀਆਂ। ਤਿਉਹਾਰ ਕਿਸੇ ਇੱਕ ਧਰਮ ਦੇ ਨਹੀਂ ਹੁੰਦੇ, ਠੀਕ ਹੈ ਵੀ ਤਿਉਹਾਰ ਮਨਾਉਣ ਦੇ ਜਿਹੜੇ ਦਿਨ ਨੀਅਤ ਨੇ ਉਹਦੇ 'ਚ ਲੱਗਦਾ ਹੁੰਦਾ ਹੈ ਕਿ ਆ ਸਾਡੇ ਵਾਸਤੇ ਜ਼ਿਆਦਾ ਇੰਪੋਰਟੈਂਟ ਹੈ। ਮਤਲਬ ਵਿਸਾਖੀ ਸਾਡੇ ਵਾਸਤੇ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਨਾਲ ਸਾਡਾ ਖਾਲਸਾ ਸਾਜਨਾ ਦਿਵਸ ਵੀ ਜੁੜਿਆ ਹੁੰਦਾ। ਇੱਥੇ ਦੀਵਾਲੀ ਸਾਡੇ ਵਾਸਤੇ ਜ਼ਿਆਦਾ ਇੰਪੋਰਟੈਂਟ ਹੈ। ਇੱਥੇ ਈਦ ਜਿਹੜਾ ਆ ਮੁਸਲਿਮ ਕਮਿਊਨਿਟੀ ਲਈ ਜ਼ਿਆਦਾ ਇੰਪੋਰਟੈਂਟ ਹੈ। ਪਰ ਭਾਰਤ ਦੀ ਜਿਹੜੀ ਸਾਂਝੀ ਤਹਿਜ਼ੀਬ ਹੈ, ਜਿਸ ਤਹਿਜ਼ੀਬ ਦੇ ਅਸੀਂ ਸਾਰੇ ਹਿੱਸੇਦਾਰ ਹਾਂ, ਉਹ 'ਚ ਭਾਰਤ ਦੇ ਵਿੱਚ ਵੀ 14 ਕਰੋੜ ਮੁਸਲਮਾਨ ਰਹਿੰਦੇ ਆ ਤੇ ਪਹਿਲਾਂ ਵੀ ਜਿਹੜਾ ਪਾਕਿਸਤਾਨ ਸੀ ਜਾਂ ਬੰਗਲਾਦੇਸ਼, ਉਹ ਸਾਰਾ ਮੁਸਲਿਮ ਕਮਿਊਨਿਟੀ ਭਾਰਤ ਦਾ ਹਿੱਸਾ ਸੀ। ਸਾਡੀ ਇੱਕ ਸਾਂਝੀ ਤਹਿਜ਼ੀਬ ਹੈ, ਸਾਂਝੀ ਵਿਰਾਸਤ ਹੈ, ਉਹ 'ਚ ਸਾਡੇ ਜਿਹੜੇ ਤਿਉਹਾਰ ਵੰਡੇ ਹੋਏ ਨਹੀਂ ਹੈ। ਇੱਥੇ ਵੀ ਈਦ ਜਿਹੜੀ ਹੈ ਅਸੀਂ ਭਾਰਤ ਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਮਨਾਉਂਦੇ ਹਾਂ ਤੇ ਸਾਡੇ ਵੱਲੋਂ ਵੀ ਸਾਰੇ ਜਗਤ ਨੂੰ, ਸਾਰੇ ਜੱਗ ਨੂੰ, ਸਾਰੀ ਦੁਨੀਆ ਨੂੰ ਈਦ ਮੁਬਾਰਕ ਹੈ। ਈਦ ਆਉਣ ਵਾਲੇ ਦੁੱਖਾਂ ਤਕਲੀਫਾਂ ਜਿਹੜੀਆਂ ਉਹਦੇ ਤੋਂ ਸਾਨੂੰ ਪਾਰ ਲੈ ਕੇ ਜਾਵੇ, ਘੱਟੋ ਘੱਟ ਕਰੋਨਾ ਕਾਲ ਤੋਂ ਅਸੀਂ ਪਾਰ ਜਾਈਏ। ਇਸ ਦੁਆ ਦੇ ਨਾਲ ਜਿੰਨੇ ਵੀ ਸਾਨੂੰ ਦੇਖ ਰਹੇ ਨੇ, ਸੁਣ ਰਹੇ ਨੇ, ਖਾਸ ਤੌਰ ਤੇ ਸਾਡੇ ਮੁਸਲਿਮ ਭੈਣ ਭਰਾ, ਉਹਨਾਂ ਸਾਰਿਆਂ ਨੂੰ ਵੀ ਤੇ ਸਾਰੇ ਜਗਤ ਨੂੰ, ਸਾਰੀ ਦੁਨੀਆ ਨੂੰ ਈਦ ਦੀ ਮੁਬਾਰਕ। ਦਸਾਂਝ ਸਾਹਿਬ, ਤੁਹਾਡਾ ਬਹੁਤ ਧੰਨਵਾਦ। ਆਪਣੇ ਤਾਂ ਪ੍ਰੋਗਰਾਮ ਦਾ ਨਾਂ ਹੀ ਸਾਂਝਾ ਪੰਜਾਬ ਹੈ, ਆਪਾਂ ਤਾਂ ਸਾਰਿਆਂ ਦੇ ਸਾਂਝੇ। ਬਿਲਕੁਲ ਸਾਂਝੀ ਤਹਿਜ਼ੀਬ, ਸਾਂਝਾ ਪੰਜਾਬ
ਤੇ ਸਾਂਝਾ ਪੰਜਾਬ ਹੀ ਜਿਹੜਾ ਆ ਦੁਨੀਆ ਭਰ ਦੇ ਵਿੱਚ ਵਸ ਰਿਹਾ, ਚਾਹੇ ਉਹ ਲਹਿੰਦਾ ਪੰਜਾਬ ਹੈ, ਚੜ੍ਹਦਾ ਪੰਜਾਬ ਹੈ, ਚਾਹੇ ਆਸਟ੍ਰੇਲੀਆ 'ਚ ਪੰਜਾਬ ਹੈ, ਨਿਊਜ਼ੀਲੈਂਡ 'ਚ ਹੈ, ਗ੍ਰੀਸ 'ਚ ਹੈ, ਅਰਬ ਦੇ ਵਿੱਚ ਵੀ ਕਈ ਪੰਜਾਬ ਹੈ, ਪੰਜਾਬ ਵਸਦਾ, BC 'ਚ ਪੰਜਾਬ ਵਸਦਾ, ਵੈਨਕੂਵਰ ਤੋਂ ਲੈ ਕੇ ਕੈਲੀਫੋਰਨੀਆ ਤੱਕ ਬਹੁਤ ਦੂਰ ਦੂਰ ਤੱਕ ਪੰਜਾਬ ਵਸਦਾ। ਸੋ ਸਾਂਝੇ ਪੰਜਾਬ ਦੀ ਸਾਂਝੀ ਤਹਿਜ਼ੀਬ ਦੇ ਮੌਕੇ ਦੇ ਉੱਤੇ ਇੱਕ ਵਾਰ ਫੇਰ ਈਦ ਮੁਬਾਰਕ। ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਥੈਂਕ ਯੂ ਸੋ ਮਚ।